ਤੁਸੀਂ ਰਿਮਾਂ ਨੂੰ ਦੇਖ ਸਕਦੇ ਜੇ, ਆ ਰਿਮ ਪੁਰਾਣੇ ਹੀ ਆ ਲੇਕਿਨ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਇਹਦਾ ਪੇਂਟ ਸਾਰਾ ਲਾ ਕੇ ਅੰਡਰਕੋਟ ਮਾਰ ਕੇ ਪਟੀਨ ਲਾ ਕੇ ਟੱਕ ਸ਼ੱਕ ਖਤਮ ਕਰਕੇ ਤੇ ਫਿਰ ਇਹਨੂੰ ਕੀਤਾ। ਇਹਦੇ ਵਿੱਚ ਸਭ ਤੋਂ ਪਹਿਲੇ ਤੇ ਇਹਦਾ ਇੰਜਨ ਓਵਰਹਾਲ ਕੀਤਾ, ਇੰਜਨ ਓਵਰਹਾਲ ਕੀਤਾ, ਇਹਦੇ ਗੇਅਰ ਦਾ ਕੰਮ ਕੀਤਾ, ਪਿਛਲੇ ਹਿੱਸੇ ਦਾ ਕੰਮ ਕੀਤਾ, ਬ੍ਰੇਕਾਂ ਦਾ ਕੰਮ ਕੀਤਾ, ਇਹਦੇ ਵਿੱਚ ਆ ਸਪੇਸਰ ਪਾਇਆ, ਇਹਨੂੰ ਲੰਬਾ ਕੀਤਾ, ਪਾयदान ਇਹਦੇ ਲੰਬੇ ਕੀਤੇ ਜੀ। ਇਹਦੀ 5 ਸਾਲ ਦੀ ਵਾਰੰਟੀ। ਪੈਂਥਰ ਚ ਮੇਰਾ ਨਹੀਂ ਖਿਆਲ ਕੋਈ ਸ਼ਿਕਾਇਤ ਸ਼ਕੂਤ ਕੋਈ ਨਹੀਂ ਸਾਨੂੰ ਅਜੇ ਤੱਕ। ਮੇਰੇ ਹਿਸਾਬ ਚ ਵੀ ਪੈਂਥਰ ਬਿਹਤਰ ਹੈ। ਲੇਕਿਨ ਇਹਨੂੰ 1 2 3 4 5 6 7 8 9 9ਵਾਂ ਮਹੀਨਾ 2024 ਤੋਂ ਟਾਇਰ ਇਹ ਜੀ ਬਣਿਆ। अस्सलाम वालेकुम दोस्तों, अपना चैनल पीके यूट्यूब चैनल च खुश आमदीद। दोस्तों अज मौजूद हाँ जी नदीम बदर आटो इंजीनियरिंग बरकी रोड लाहौर। नदीम साहब सारे नाल मौजूद ने जी। 385 तैयार हो गया, बिल्कुल हुण मुकम्मल हो गया। तुहानूं दिखाने हैं जी ਜਿਹੜੀ ਚੀਜ਼ ਇਹਦੇ ਵਿੱਚ ਨਵੀਂ ਪਈ ਆ। ਕੋਈ ਬੰਦਾ ਹੁਣ ਪਛਾਣ ਨਹੀਂ ਸਕਦਾ ਜੀ ਇਹ 2024 ਹੈ ਜਾਂ 12 ਮਾਡਲ ਹੈ। ਬਾਕੀ ਨਦੀਮ ਸਾਹਿਬ ਕੋਲ ਪੁੱਛਦੇ ਹਾਂ ਜੀ ਕਿਹੜੀ ਚੀਜ਼ ਇਹਦੇ ਵਿੱਚ ਇਹਨਾਂ ਨੇ ਨਵੀਂ ਪਾਈ ਹੈ, ਕਿਹੜੀ ਦੁਬਾਰਾ ਰਿਪੇਅਰ ਕੀਤੀ ਹੈ ਤੇ ਕਿੰਨਾ ਇਹ ਤੇ ਖਰਚਾ ਆ ਗਿਆ। ਮੁਕੰਮਲ ਤੁਹਾਨੂੰ ਡਿਟੇਲ ਦਿੰਦੇ ਹਾਂ ਜੀ। अस्सलाम वालेकुम जी। वालेकुम सलाम जी। नदीम साहब की हाल ठीक ठाक हो? शुक्र अल्हम्दुलिल्लाह, अल्लाह का बड़ा करम है। ਤੇ ਨਦੀਮ ਸਾਹਿਬ ਮਾਸ਼ਾਅੱਲਾ ਤਿਆਰ ਕਰ ਦਿੱਤਾ ਜੀ। 385 ਮੁਕੰਮਲ ਹੋ ਗਿਆ ਜੀ। ਲਓ ਜੀ ਚੈੱਕ ਕਰੋ। ਸਭ ਤੋਂ ਪਹਿਲਾਂ ਤਾਂ ਤੁਸੀਂ ਕਲਰ ਵਾਲਾ ਵੇਖੋ। ਨਦੀਮ ਸਾਹਿਬ ਕਿਹੜੀ ਚੀਜ਼ ਦੇ ਵਿੱਚ ਨਵੀਂ ਪਾਈ ਹੈ ਜੀ? ਇਹਦੇ ਵਿੱਚ ਸਭ ਤੋਂ ਪਹਿਲੇ ਤੇ ਇਹਦਾ ਇੰਜਨ ਓਵਰਹਾਲ ਕੀਤਾ। ਠੀਕ ਹੋ ਗਿਆ। ਇੰਜਨ ਓਵਰਹਾਲ ਕੀਤਾ, ਇਹਦੇ ਗੇਅਰ ਦਾ ਕੰਮ ਕੀਤਾ, ਪਿਛਲੇ ਹਿੱਸੇ ਦਾ ਕੰਮ ਕੀਤਾ, ਬ੍ਰੇਕਾਂ ਦਾ ਕੰਮ ਕੀਤਾ, ਇਹਦੇ ਵਿੱਚ ਆ ਸਪੇਸਰ ਪਾਇਆ, ਇਹਨੂੰ ਲੰਬਾ ਕੀਤਾ, ਪਾयदान ਇਹਦੇ ਲੰਬੇ ਕੀਤੇ ਹੈ। ਠੀਕ ਹੋ ਗਿਆ। ਫਿਰ ਉਸ ਤੋਂ ਬਾਅਦ ਇਹਦੀ ਸ਼ੋ ਮਰਗਾਰਡ ਨਵੀਂ ਪਾਈ ਹੈ। ਠੀਕ ਹੈ। ਉਸ ਤੋਂ ਬਾਅਦ ਹਾਰਡਵੇਅਰ ਤੇ ਗਲੋਨਾਈਜ਼ਿੰਗ ਕੀਤੀ ਹੈ। ਰਿਮ ਇਹਦੇ ਪੁਰਾਣੇ ਆ ਉਹਨਾਂ ਨੂੰ ਪੇਂਟ ਕੀਤਾ, ਟਾਇਰ ਨਵੇਂ ਪਾਏ ਆ, ਸੀਟਾਂ ਨਵੀਆਂ, ਯਾਨੀ ਕਿ ਜਿੰਨਾ ਵੀ ਗੱਡੀ ਦਾ ਜਿਹੜਾ ਕੰਮ ਹੋਣ ਵਾਲਾ ਸੀ ਨਾ, ਅਗਲੇ ਪਾਸੇ ਹੱਬਾਂ ਨਵੀਆਂ, ਐਕਸਲ ਨਵੇਂ, ਐਕਸਲ ਵੀ ਨਵੇਂ ਪਾਏ ਆ, ਹੱਬਾਂ ਵੀ ਨਵੀਆਂ ਪਾਈਆਂ। ਹਿੱਸੇ ਦਾ ਜਿਹੜਾ ਕੰਮ ਹੋਣ ਵਾਲਾ ਉਹ ਵੀ ਸਾਰਾ, ਇਧਰੋਂ ਐਂਡਾ ਸ਼ੈਂਡਾ ਦਾ ਵੀ ਕੰਮ, ਇਧਰੋਂ ਸਟੀਅਰਿੰਗ ਪੰਪ ਅਗਰ ਬਦਲਣ ਵਾਲਾ ਹੈ ਤੇ ਉਹ ਵੀ ਬਦਲ ਦਿੱਤਾ ਹੈ। ਇੱਧਰ ਜਿੰਨੇ ਆ ਜਿਹੜੇ ਹੈਗੇ ਆ ਪਾਈਪ ਹੈ, ਆ ਪਾਈਪ ਸਾਰੇ ਪਾਈਪ ਨਵੇਂ ਪਾਏ ਹੈ ਮੁਕੰਮਲ। ਔਰ ਸਾਰਾ ਰੇਡੀਏਟਰ ਵਗੈਰਾ ਇਹਦਾ ਪੁਰਾਣਾ ਹੈ, ਟੈਂਕੀ ਪੁਰਾਣੀ ਹੈ, ਸਲੈਂਸਰ ਇਹਦਾ ਪੁਰਾਣਾ ਹੈ, ਲੇਕਿਨ ਉਹ ਵੀ ਪ੍ਰੋਪਰ ਤਰੀਕੇ ਨਾਲ ਪੇਂਟ ਕੀਤਾ ਹੈ। ਠੀਕ ਹੋ ਗਿਆ। ਠੀਕ ਹੈ। ਸਾਰੀਆਂ ਚੀਜ਼ਾਂ ਤਾਂ ਕਿ ਜਿਹੜੀ ਚੀਜ਼ ਹਰ ਚੀਜ਼ ਜਿਹੜੀ ਹੈ ਨਾ ਉਹ ਨਵੀਂ ਲੱਗੇ। ਜਿਹੜੀ ਕੋਈ ਵੀ ਹੈਗੀ ਹੈ ਜਿਹੜੀ ਚੀਜ਼ ਪੁਰਾਣੀ ਲੱਗ ਸਕਦੀ ਹੈ ਉਹ ਰਹਿਣ ਨਹੀਂ ਦਿੱਤੀ। ਬਾਕੀ ਆ ਸਾਰਾ ਕੰਮ ਤਸੱਲੀ ਨਾਲ ਕੀਤਾ। ਬਾਕੀ ਚਲਾਣਾ ਅੱਲਾ ਨੇ। ਅੱਲਾ ਨਦੀਮ ਸਾਹਿਬ ਗਲੈਜ਼ਨ ਵਾਲਿਆਂ ਨੇ ਲਾਉਂਦੇ ਪੈਪ ਜੀ। ਆ ਪੈਪ ਜਿਹੜੇ ਉਹ CNR ਦੇ ਲਾਈਦੇ ਆ, ਗਲੈਜ਼ਨ ਦੇ ਪਾਈਦੇ ਆ, ਆ ਵੀ ਵਲੈਤੀ ਪਾਈਦੇ ਆ, ਲੋਕਲ ਨਹੀਂ ਪਾਈਦੇ। ਜਿਹੜੇ ਵੀ ਵਲੈਤੀ ਹੋਣ ਵਲੈਤੀ ਪਾ ਦਈਦੇ ਕਿਉਂਕਿ ਆ ਪੈਪ ਇਹਨਾਂ ਦੇ ਅੱਛੇ ਆ, ਜ਼ਿਆਦਾ ਪ੍ਰੈਸ਼ਰ ਪਲਾਈ ਦੇ ਆ, 5800 PSI ਪ੍ਰੈਸ਼ਰ ਦੇ ਆ ਤੇ ਇਸ ਵਜ੍ਹਾ ਕਰਕੇ ਆ ਹਾਈ ਪ੍ਰੈਸ਼ਰ ਦੇ ਪਾਈਪ ਹੈ। ਇਹਨਾਂ ਦੀ ਸ਼ਿਕਾਇਤ ਕੋਈ ਨਹੀਂ ਤੇ ਅਸੀਂ ਫਿਰ ਉਹਰੇ ਪਾ ਦੇ। ਕਿੰਨੀ ਕੁ ਦੇ ਕੱਢ ਜਾਂਦੇ ਨੇ? ਆ ਮੇਰਾ ਨਹੀਂ ਖਿਆਲ ਕਿ ਕੋਈ 5 6 ਸਾਲ ਜਾਂਦੇ। ਅੱਛਾ। ਇਸ ਤੋਂ ਜ਼ਿਆਦਾ ਅਰਸਾ ਹੀ ਕੱਢ ਜਾਂਦੇ। ਕਰੀ ਅਜ ਤੱਕ ਲਾਮਾ ਨਹੀਂ ਆਇਆ। ਅੱਛਾ। ਪੈਪਾ ਦਾ ਇਹ ਜਿਹੜਾ ਰੇਸ ਵਾਲਾ ਵੀ, ਰੇਸ ਵਾਲਾ ਨਿਜ਼ਾਮ ਜਿਹੜਾ ਹੈ ਨਾ ਉਹ ਆ ਪੈਰ ਦੇ ਵਿੱਚ ਨਾ ਆ ਦੇਖੋ ਆ ਪੈਰ 'ਚੋਂ ਸਾਦਾ ਕਰ ਦਿੱਤਾ, ਰਾੜ ਪਾ ਦਿੱਤਾ। ਯਾਨੀ ਕਿ ਪੰਪ ਤੱਕ ਜਿਹੜੀ ਰੇਸ ਹੈ ਇੱਕ ਰਾੜ ਵਾਲੀ ਕਰ ਦਿੱਤੀ ਹੈ। ਸਿਰਫ ਆ ਹੱਥ ਵਾਲੀ ਜਿਹੜੀ ਰੇਸ ਹੈ ਆ ਸਿਰਫ ਔਰ ਸਿਰਫ ਜਿਹੜੀ ਆ ਉਹ ਤਾਰ ਵਾਲੀ। ਉਹ ਤਾਰ। ਬਾਕੀ ਇੱਧਰ ਤੁਸੀਂ ਡੈਸ਼ਬੋਰਡ ਚੈੱਕ ਕਰ ਸਕਦੇ ਜੇ, ਮੀਟਰ ਸਾਰੇ ਨਵੇਂ ਪਾ ਦਿੱਤੇ। ਠੀਕ। ਡੈਸ਼ਬੋਰਡ ਇਹਦਾ ਪੁਰਾਣਾ ਹੀ ਹੈ ਤੇ ਬਾਕੀ ਆ ਸਾਰਾ ਚੀਜ਼ਾਂ ਸਾਰੀਆਂ ਨਵੀਆਂ, ਸ਼ੋ ਮਰਗਾਰਡ ਹਰ ਚੀਜ਼ ਨਵੀਂ ਪੈ ਗਈ ਹੈ। ਸੀਟ ਨਵੀਂ ਪੈ ਗਈ, ਸੀਟ ਵੀ ਨਵੀਂ ਪੈ ਗਈ ਹੈ। ਇੱਧਰ ਤੁਸੀਂ ਰਿਮਾਂ ਨੂੰ ਦੇਖ ਸਕਦੇ ਜੇ, ਆ ਰਿਮ ਪੁਰਾਣੇ ਹੀ ਆ ਲੇਕਿਨ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਇਹਦਾ ਪੇਂਟ ਸਾਰਾ ਲਾ ਕੇ ਅੰਡਰਕੋਟ ਮਾਰ ਕੇ ਪਟੀਨ ਲਾ ਕੇ ਟੱਕ ਸ਼ੱਕ ਖਤਮ ਕਰਕੇ ਤੇ ਫਿਰ ਇਹਨੂੰ ਕੀਤਾ। ਫਿਰ ਉਸ ਤੋਂ ਕੋਈ ਚੈੱਕ ਕਰ ਸਕਦਾ ਪੁਰਾਣੇ ਰਿਮ ਬਿਲਕੁਲ ਚੈੱਕ ਕਰੋ ਤੇ ਬਿਲਕੁਲ ਨਵਿਆਂ ਵਰਗੇ ਲੱਗਣਗੇ। ਇੱਧਰੋਂ ਬੈਕ ਸਾਈਡ ਤੋਂ ਆ ਸੰਗਲੇ ਪਟੀਆ ਇੱਥੋਂ ਕੱਟ ਗਿਆ, ਕੱਟ ਕੇ ਤੇ ਨਵੀਆਂ ਪਾਈ ਆ। ਉਧਰ ਵੀ ਪੱਟੀ ਕੱਟ ਕੇ ਨਵੀਂ ਪਾਈ ਹੈ। ਲੋਅਰ ਲੈਂਕਾਂ ਨਵੀਆਂ ਪਾਈ ਆ, ਪਿੰਨਾਂ ਨਵੀਆਂ ਪਾਈ ਆ। ਜਿਹੜੇ ਬੁਸ਼ ਲੱਗਣ ਵਾਲੇ ਬੁਸ਼ ਹੁੱਕ ਵਾਲੀ ਪੁਰਾਣੀ। ਅੱਛਾ। ਇਹਨੂੰ ਰੰਗ ਰੂੰਗ ਕੀਤਾ, ਹੁੱਕ ਨੂੰ ਉਹਨੂੰ ਮੰਜਾਈ ਕਰਕੇ ਨਾ ਤੇ ਨਾਲ ਹੀ ਪੇਂਟ ਕਰ ਦਿੱਤਾ ਸਾਰਾ। ਠੀਕ ਹੋ ਗਿਆ। ਆ ਸ਼ੋ ਆ ਜਿਹੜੀ ਸੀਟ ਆ ਨਵੀਂ ਪਾਈ ਹੈ। ਠੀਕ। ਆ ਸਾਰਾ ਨਿਜ਼ਾਮ ਆ। ਤੁਸੀਂ ਹਰ ਜਗ੍ਹਾ ਤੋਂ ਗੱਡੀ ਨੂੰ ਦੇਖੋਗੇ ਤੇ ਤੁਹਾਨੂੰ ਇਸ ਤਰ੍ਹਾਂ ਹੀ ਲੱਗੇਗਾ ਕਿ ਵੈਰੀ ਗੁੱਡ A1 ਹੈ। ਅੱਛਾ। ਬਾਕੀ ਸਪੁਰਦੇ ਖੁਦਾ ਅੱਲਾ ਦੇ ਵਾਲੇ। ਇੱਧਰ ਵੀ ਮੜਗਾ ਚੈੱਕ ਕਰੋ ਜੀ ਰਿਮ ਸਾਰੇ ਦੇਖੋ, ਸਾਰੇ ਤੁਹਾਨੂੰ ਅੰਦਰ ਰਿਮ ਇੱਕ ਹੋਰ ਜਿਹੜੀ ਗੱਡੀ ਤਿਆਰ ਹੋ ਰਹੀ ਹੈ ਉਹਦੇ ਰਿਮ ਵੀ ਦਿਖਾ ਦਿੰਦੇ ਆ।
ਕਿ ਰੀਮਾਂ ਨੂੰ ਸਫਾਈ ਕਿਸ ਤਰ੍ਹਾਂ ਹੁੰਦੀ ਹੈ। ਟਾਇਰ ਨਦੀਮ ਸਾਹਿਬ ਕਿਹੜੀ ਕੰਪਨੀ ਦੇ? ਪੈਂਥਰ ਟਾਇਰ ਪੈਂਥਰ ਦੇ ਤੇ 18 ਪਲਾਈ ਦੇ। ਅੱਛਾ, ਇਹਦਾ ਕੀ ਰੇਟ ਚੱਲ ਰਿਹਾ ਅੱਜ ਕੱਲ? ਆ ਮੇਰਾ ਹਾਲੇ ਲਿਖਿਆ ਹੋਇਆ ਜ਼ਿਮੀਂਦਾਰ ਦੀ ਰਿਕੁਆਇਰਮੈਂਟ ਤੇ ਆਏ ਟਾਇਰ ਪਵਾਏ। ਹਾਂ 5000 ਦਾ ਫਰਕ ਸੀ, 14 ਪਲਾਈ ਦਾ ਤੇ ਇਹਦਾ 16 ਪਲਾਈ ਦਾ। 16 ਪਲਾਈ ਦਾ। ਤੇ ਅਸੀਂ ਫਿਰ ਇਹਦੇ ਵਿੱਚ ਵੀ 5000 ਦਾ 6000 ਦਾ ਫਰਕ ਸੀ, ਉਹ ਇਹਦੇ ਵਿੱਚ ਵੀ ਫਿਰ ਅਸੀਂ 6 ਪਲਾਈ ਦੀ ਬਜਾਏ 8 ਪਲਾਈ ਦਾ ਪਾ ਦਿੱਤਾ। ਪਿੱਛੇ ਆ 16 ਪਲਾਈ ਜੇ? ਪਿੱਛੇ ਆ 16 ਪਲਾਈ ਚ, ਮੇਰਾ 16 ਪਲਾਈ ਚ ਕਿਹਾ ਸੀ, ਨਜ਼ਰ ਆ ਜਾਂਦਾ ਕਿਤੇ, ਉਹ 16 ਪਲਾਈ। ਹਾਂਜੀ ਆ 16 ਪਲਾਈ, ਇਹ ਜੀ 16 ਪਲਾਈ ਲਿਖਿਆ ਹੈ। ਤੇ ਨਦੀਮ ਸਾਹਿਬ ਇਹ ਟਾਇਰ ਦੀ ਵਾਰੰਟੀ ਦਾ ਕਿਵੇਂ ਪਤਾ ਲੱਗਦਾ? ਟਾਇਰ ਦੀ ਕੁਆਲਿਟੀ ਦੇਖੋ, ਹਰ ਬੰਦੇ ਦਾ ਆਪਣਾ ਆਪਣਾ ਤਰੀਕਾਕਾਰ ਚੈੱਕ ਕਰਨ ਦਾ। ਸਾਨੂੰ ਤੇ ਸਾਡੇ ਵਾਲ ਸਾਹਿਬ ਨੇ ਜਿਹੜੀ ਚੀਜ਼ ਸਿਖਾਈ ਸੀ ਨਾ, ਉਹ ਆ ਸੀ ਕਿ ਰਬੜ, ਆ ਜਿਹੜਾ ਰਬੜ ਹੈ ਨਾ, ਇਹਨੂੰ ਇਸ ਤਰ੍ਹਾਂ ਫੜ ਕੇ ਇਹਨੂੰ ਖਿੱਚ ਕੇ ਲੰਬੀ ਕਰੋ, ਖਿੱਚ ਕੇ ਲੰਬੀ ਕਰੋ, ਫਿਰ ਇਹਦੇ ਤੇ ਹੱਥ ਫੇਰੋ। ਇਹਦੇ ਉੱਤੇ ਇਹਦੇ ਵਿੱਚ ਅਗਰ ਦਾਣਾ ਤੁਹਾਨੂੰ ਰੜਕੇ ਤੇ ਇਹਦਾ ਮਤਲਬ ਹੈ ਕਿ ਇਹਦਾ ਰਬੜ ਦਾ ਜਿਹੜਾ ਆਟਾ ਹੈ ਉਹ ਸਹੀ ਗੁੰਨਿਆ ਨਹੀਂ ਗਿਆ। ਅਗਰ ਆ ਲੰਬੀ ਵੀ ਹੁੰਦੀ ਹੈ, ਟੁੱਟਦੀ ਵੀ ਨਹੀਂ, ਔਰ ਇਹਦੇ ਵਿੱਚ ਦਾਣਾ ਨਹੀਂ, ਮੁxtਲਿਫ ਜਗ੍ਹਾ ਤੋਂ 3-4 ਜਗ੍ਹਾ ਤੋਂ ਚੈੱਕ ਕਰੋ, ਤੇ ਅਗਰ ਉਹ ਸਾਰੀ ਇੱਕੋ ਜਿਹੀ ਹੈ, ਜਿਹੜੀ ਰਬੜ ਅੱਛੀ ਨਹੀਂ ਹੋਏਗੀ, ਪਹਿਲੇ ਨੰਬਰ ਤੇ ਇਹਨੂੰ ਇਸ ਤਰ੍ਹਾਂ ਖਿੱਚੋਗੇ ਨਾ, ਦੇਖੋ ਕਿੰਨੀ ਖਿੱਚ ਕੇ ਲੰਬੀ ਕੀਤੀ ਹੈ, ਆ ਉਰੋਂ ਹੀ ਟੁੱਟ ਜਾਣੀ ਹੈ। ਅਗਰ ਨਹੀਂ ਟੁੱਟਦੀ ਔਰ ਇਹਦੇ ਵਿੱਚ ਦਾਣਾ ਵੀ ਨਹੀਂ ਹੈ, ਇਹਦਾ ਮਤਲਬ ਹੈ ਕਿ ਆ ਰਬੜ ਠੀਕ ਬਣੀ ਹੈ। ਹਾਂਜੀ, ਇਹ ਬਾਕੀ ਨਦੀਮ ਸਾਹਿਬ ਜਦੋਂ ਇਹਦੀ ਵਾਰੰਟੀ ਹੁੰਦੀ ਤਕਰੀਬਨ ਪੈਂਥਰ ਜਿਹੜੀ ਕੰਪਨੀ 5 ਸਾਲ ਵਾਰੰਟੀ ਦੇ ਰਹੀ ਜੀ, ਇਹਦੀ 5 ਸਾਲ ਦੀ ਵਾਰੰਟੀ ਹੈ। ਤੇ ਇੱਥੋਂ ਜੀ ਪਤਾ, ਇੱਥੋਂ ਚੈੱਕ ਕਰਦੇ ਆ, ਵੇਖੋ ਜੀ 2024 ਜੀ ਆ ਲੱਗਾ 2024 ਹੈ ਤੇ ਆ ਬਿਲਕੁਲ 2024 23 ਮਾਡਲ ਸੀ। ਆ ਤਾਂ ਟਾਇਰ ਤੇ 2021 2 ਲਿਖਿਆ ਸਾਲ ਸੀ। ਪੁਰਾਣੇ ਟਾਇਰ ਸੀ, 2 ਸਾਲ ਪੁਰਾਣੇ ਸੀ। ਨਵੇਂ ਟਰੈਕਟਰ ਨੂੰ ਆਏ ਸੀ। ਹਾਂਜੀ, ਨਵੇਂ ਨੂੰ ਤੇ ਲਾ ਲਓ ਸਾਹਿਬ। ਇੱਥੋਂ ਮੈਂ ਕਿਹਾ ਚੈੱਕ ਕਰੋ, ਜਦੋਂ ਵੀ ਕੋਈ ਬੰਦਾ ਟਾਇਰ ਲਵੇ, ਆ ਡੇਟ ਆ ਸਾਲ ਹੈ 2024 ਹੈ, ਉਹਨਾਂ ਬਕਾਇਆ ਵੀ 2024 ਦੇ ਬਾਅਦ ਆ ਮੇਰੇ ਖਿਆਲ ਨੁਕਤਿਆਂ ਦਾ ਵੀ ਕੋਈ ਹਿਸਾਬ ਹੁੰਦਾ ਹੈ। ਹਾਂਜੀ, ਆ ਅੱਗੋਂ ਮਹੀਨਿਆਂ ਦਾ ਹਿਸਾਬ ਹੈ। ਪਹਿਲਾ ਆ ਦੇਖਿਓ ਆ ਕਿੰਨੇ ਨੁਕਤੇ? 1 2 3 4 5 6 7 8 9 9ਵਾਂ ਮਹੀਨਾ 2024 ਤੋਂ ਟਾਇਰ ਇਹ ਜੀ ਬਣਿਆ। ਹਾਂਜੀ, ਠੀਕ ਹੈ ਜੀ। ਇਹ ਬੜੀ ਗੁਰ ਦੀ ਗੱਲ, ਬੜੀ ਗੁਰ ਦੀ ਗੱਲ ਹੈ, ਕੀਮਤੀ ਗੱਲ। ਮੈਂ ਨਾ ਕਿਹਾ ਚਲੋ ਜ਼ਿਮੀਂਦਾਰ ਨਾਲ ਸ਼ੇਅਰ ਕਰਾਂਗੇ, ਚਲੋ ਕਿਸੇ ਦਾ ਭਲਾ ਹੋ ਜਾਏਗਾ। ਜਦੋਂ ਵੀ ਇੱਧਰ ਵੀ ਦੇਖ ਲੈਣੇ। ਠੀਕ ਹੈ ਜੀ, ਇੱਧਰ ਵੀ ਵੇਖ ਲਓ ਜੀ, ਇੱਧਰ ਵੀ ਇਹੀ ਹੋਏਗਾ। ਇਹ ਚੈੱਕ ਕਰੋ ਜੀ, ਦੂਸਰਾ ਟਾਇਰ ਜੇ, ਇਹਦਾ ਵੀ ਆ 2024। ਅੱਗੋਂ ਗਿਣ ਲਓ ਇੱਥੋਂ 1 2 3 4 5 6 7 8 9 9ਵਾਂ ਮਹੀਨਾ 2024 ਦੇ ਦੋਵੇਂ ਟਾਇਰ ਇਹ ਬਣੇ ਨੇ। ਤੇ ਜਦੋਂ ਵੀ ਕਿਸੇ ਨੇ ਟਾਇਰ ਲੈਣੇ ਨੇ, ਇਹ ਹੁਣ ਤੁਹਾਨੂੰ ਮੈਂ ਬੜੇ ਗੁਰ ਦੀ ਗੱਲ ਦੱਸ ਰਹੀ, ਇਹ ਤੁਸੀਂ ਵੇਖ ਲੈਣਾ ਉੱਤੇ ਕਿੰਨਵਾਂ ਸਾਲ ਹੈ ਤੇ ਕਿੰਨਵਾਂ ਮਹੀਨਾ ਹੈ। ਇਹ ਜਦੋਂ ਵਾਰੰਟੀ ਲੈਣ ਲੱਗਦੇ ਨਾ, ਫਿਰ ਬਾਅਦ ਵਿੱਚ ਪਤਾ ਲੱਗਦਾ ਹੈ। ਅਜੇ ਦੇਣ ਲੱਗੇ ਉਹਨਾਂ ਨੇ ਦੇਖਣਾ, ਜਦ ਅਗਰ ਕਲੇਮ ਹੋਣਾ ਹੈ ਤੇ ਫਿਰ ਉਹਨਾਂ ਨੇ ਦੇਖਣਾ ਕਿ ਕਿਹੜੇ ਸੰਨ ਦਾ ਦੇਣ ਲੱਗੇ, ਤੇ ਦੇ ਹੀ ਦੇਣਾ ਉਹਨਾਂ ਨੇ। ਬਾਕੀ ਨਦੀਮ ਸਾਹਿਬ, ਮੈਂ ਜ਼ਿਮੀਂਦਾਰ ਨੂੰ ਇਹ ਪ੍ਰੈਫਰ ਕਰਦਾ ਪੈਂਥਰ ਟਾਇਰ ਲਵਾਓ। ਠੀਕ ਹੈ ਜੀ, ਕਾਫੀ ਜ਼ਿਮੀਂਦਾਰ ਸਾਡੇ ਕਹਿਣ ਤੇ ਲਵਾਏ ਵੀ, ਸਾਨੂੰ ਹੁਣ ਦੱਸਦੇ ਨੇ ਵੀ ਇਹ ਬਹੁਤ ਚੰਗੇ ਚੱਲਦੇ। ਨਹੀਂ, ਪੈਂਥਰ ਚ ਮੇਰਾ ਨਹੀਂ ਖਿਆਲ ਕੋਈ ਸ਼ਿਕਾਇਤ ਸ਼ਕੂਤ ਕੋਈ ਨਹੀਂ ਸਾਨੂੰ ਆਈ। ਮੇਰੇ ਹਿਸਾਬ ਚ ਵੀ ਪੈਂਥਰ ਬਿਹਤਰ ਹੈ। ਬਿਹਤਰ ਹੈ। ਬਿਹਤਰ ਹੈ। ਬਾਕੀ ਚਲੋ ਜੀ, ਅੱਲਾਹ ਪਾਕ ਖੈਰ ਕਰੇ, ਅੱਲਾਹ ਪਾਕ ਇਹਨਾਂ ਦੇ ਨਸੀਬਾਂ ਹੀ ਕਰੇ ਜਿਹੜੇ ਆ ਬੰਦੇ ਨੇ ਅੱਲਾਹ ਕਰੀਮ ਇਹਨਾਂ ਵਾਸਤੇ ਵੀ ਆਸਾਨੀਆਂ ਪੈਦਾ ਕਰੇ। ਇਹ ਤੇ ਪੂਰੇ ਟਰੈਕਟਰ ਤੇ ਇਸ ਟਾਈਮ 13 ਲੱਖ ਰੁਪਏ ਲੱਗ ਗਿਆ, 13,07,000 ਰੁਪਏ। 13 ਲੱਖ 7,000 ਰੁਪਇਆ ਲੱਗ ਗਿਆ, ਟਾਇਰ ਪਾ ਕੇ, ਸਪੇਸਰ ਪਾ ਕੇ, ਹਰ ਚੀਜ਼ ਕਰਕੇ। ਅੱਛਾ, ਤੇ ਇਹ ਪਹਿਲਾਂ ਕਿੰਨੇ ਦਾ ਹੋਣਾ ਮੈਂ ਤਕਰੀਬਨ? ਪਹਿਲੇ ਵੀ ਕੋਈ 15 ਲੱਖ ਦਾ ਤੇ ਹੋਏਗਾ ਹੀ। 15 ਤੇ 13 ਕਿੰਨਾ ਹੋ ਗਿਆ? 28 ਲੱਖ ਰੁਪਈਆ। ਹਾਂ, ਜੇ 28 ਲੱਖ ਰੁਪਏ ਜੇ ਤਿਆਰ ਹੋਇਆ, ਸਮਝੋ 2024 ਤੇ ਹੁਣ ਤਕਰੀਬਨ ਉਹ ਦੂਜਾ ਜਿਹੜਾ 37 ਲੱਖ ਦਾ ਮਿਲਦਾ ਪਿਆ। 37 ਲੱਖ ਦਾ ਮਿਲਦਾ ਪਿਆ ਹੈਗਾ, ਤੇ ਉਹਨਾਂ ਦਾ ਆਪਣਾ ਹੀ ਹੈ ਨਾ। 37 ਨਹੀਂ, ਤਕਰੀਬਨ ਉਹ ਡਿਲਕਸ ਜਿਹੜਾ ਉਹਦੇ ਵਿੱਚ ਆ ਤੇ ਡਿਲੈਕਸ ਹੋ ਗਿਆ ਨਾ, ਡਿਲਕਸ ਹੀ ਬਣ ਗਿਆ ਨਾ। ਬਸ ਡਿਲੈਕਸ ਤਕਰੀਬਨ 40 ਲੱਖ ਦਾ। 40 ਲੱਖ ਦਾ। ਹਾਂ, ਤੇ 40 ਤੋਂ ਇਹ ਟਾਇਰ ਨਵੇਂ ਪੈ ਗਏ ਨਾ, ਇਹ ਇਹਨਾਂ ਨੇ ਪੁਰਾਣੇ ਟਾਇਰ ਵੇਚਣੇ ਆ, ਉਹ ਵੀ ਪੈਸੇ ਇਹਨਾਂ ਦੇ ਬਚ ਜਾਣਗੇ। ਦੂਜਾ ਜਿਹੜਾ ਸਮਾਨ ਵੇਚਣਾ ਵਿੱਚ ਉਹ ਇਹਨਾਂ ਦਾ ਟਾਇਰ ਇਹਨਾਂ ਨੇ ਵਾਪਸ ਲੈ ਜਾਣੇ, ਜਿਹੜੇ ਜੈਸਾ ਲੱਦੇ। ਅੱਛਾ, ਜੇ ਦੂਜਾ ਸਮਾਨ ਲੱਥਾ ਲੁੱਥਾ। ਬਾਕੀ ਸ਼ੋ ਮਰਗਾੜ ਹੈ, ਉਹ ਤੇ ਗਲੇ ਪਏ, ਉਹ ਤੇ ਸਕ੍ਰੈਪ ਹੈ। ਹਾਂਜੀ, ਸਕ੍ਰੈਪ। ਬਾਕੀ ਜੀ ਇਹ ਤਕਰੀਬਨ ਹਾਂ, ਜਿਹੜੀ ਵੀ ਚੀਜ਼ ਅਸੀਂ ਲਾਣੇ ਉਹੀ ਚੀਜ਼ ਹੈ ਜਿਹੜੀ ਖਰਾਬ ਹੈ। ਜਿਹੜੀ ਚੀਜ਼ ਸਹੀ ਆ ਉਹ ਨਹੀਂ ਅਸੀਂ ਲਾਣੀ। ਅੱਛਾ ਅੱਛਾ ਅੱਛਾ, ਆ ਨਹੀਂ ਹੈ ਕਿ ਚੀਜ਼ਾਂ ਲਾ ਕੇ ਰੱਖੀ ਜਾਈਏ, ਨਹੀਂ, ਐਸਾ ਨਹੀਂ ਹੈ। ਜਿਹੜੀ ਚੀਜ਼ਾਂ ਖਰਾਬ ਹੈ ਉਹ ਲੱਥਣਗੀਆਂ, ਜਿਹੜੀਆਂ ਚੀਜ਼ਾਂ ਖਰਾਬ ਨਹੀਂ ਹੈ ਉਹ ਨਹੀਂ ਲਾਈਦੀਆਂ, ਉਹਨਾਂ ਨੂੰ ਯੂਜ਼ ਕਰੀਦਾ। ਲਓ ਜੀ, 40 ਲੱਖ ਵਾਲਾ ਜਿਹੜੀ ਚੀਜ਼ ਤੁਹਾਨੂੰ ਤਕਰੀਬਨ 13 ਲੱਖ ਚ ਮਿਲ ਜੇ। ਬਾਕੀ ਜਿਹੜਾ ਉੱਤੇ ਜਿੰਨਾ ਵੀ ਲੱਗਾ ਹੈ ਨਾ, ਉਹ ਮਾਲਕ ਨੂੰ ਪਤਾ ਵੀ ਕਿੰਨੇ ਦਾ ਹੈ ਸੀ ਪਹਿਲਾਂ। ਹਾਂਜੀ, ਹੁਣ ਤਕਰੀਬਨ 13 ਲੱਖ ਰੁਪਈਆ ਲੱਗਾ ਜੀ। 13 ਲੱਖ ਲੱਗ ਗਿਆ ਜੀ ਪੂਰਾ। ਹਾਂਜੀ, ਲਓ ਜੀ, ਟਰੈਕਟਰ ਤੁਹਾਨੂੰ ਦਿਖਾ ਦਿੱਤਾ, ਬਿਲਕੁਲ ਜ਼ੀਰੋ ਦਾ ਜ਼ੀਰੋ ਹੈ। ਹਰ ਚੀਜ਼ ਵੱਲੋਂ ਟਾਇਰ, ਹਰ ਚੀਜ਼ ਉਹਨਾਂ ਨਵੀਂ ਪਾਤੀ। ਦੀਨ ਸਾਹਿਬ, ਆਪਣਾ ਜੀ ਮਜ਼ੀਦ ਰਾਬਤਾ ਨੰਬਰ ਸ਼ੇਅਰ ਕਰ ਦਿਓ ਜੀ। ਜੀ, ਰਾਬਤਾ ਨੰਬਰ 0321 ਜੀ 94 72 206। ਠੀਕ ਹੈ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਓਕੇ ਜੀ।